तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या धोपै स्वामी, मानस की गत एही। जो हमारी बिद होती मेरे सतगुरा, सा बिद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलै चुकै सब सोग संतापे। परम सन्मानयोग जुगो जुग अटल तख्त चौर छत्र दे मालक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਵਿਚਾਰ ਆਪ ਸੰਗਤ ਸਰਵਣ ਕਰ ਰਹੇ ਹੋ। ਸਭ ਤੋਂ ਪਹਿਲਾਂ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ, ਮਨ ਬਿਰਤੀਆਂ ਕਰੋ ਇਕਾਗਰ। ਅਦਬ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਤਮਤਾਨ ਦੀ ਉਹ ਪਾਵਨ ਧਰਤੀ ਦੇ ਉੱਤੇ ਪਹੁੰਚੇ, ਸਤਿਗੁਰੂ ਮਹਾਰਾਜ ਜੀ ਨੇ ਭਾਈ ਮੀਂਹ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ। ਇਸ ਅਸਥਾਨ ਦੇ ਨਾਲ ਗੁਰਸਿੱਖ ਪਿਆਰਿਆਂ ਗੁਰਮੁਖ ਪਿਆਰਿਆਂ ਨੇ ਬਹੁਤ ਸਾਰੀ ਜਿਹੜੀ ਸੀ ਜ਼ਮੀਨ ਭੇਟਾ ਕੀਤੀ। ਮਹਾਰਾਜਾ ਕਰਮ ਸਿੰਘ ਹੋਣਾ ਨੇ 2250 ਜਿਹੜੀ ਵਿਗਾ ਜ਼ਮੀਨ ਸੀ ਉਹ ਇਸ ਅਸਥਾਨ ਦੇ ਨਾਮ ਲਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਭਾਈ ਮੀਹਾਂ ਦੀ ਸੇਵਾ ਸਫਲੀ ਹੋਈ, ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਇੱਕ ਦੱਖਣੀ ਬੈਲ, ਇੱਕ ਨਗਾਰਾ ਤੇ ਇੱਕ ਨਿਸ਼ਾਨ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ। ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕਰਕੇ ਭਾਈ ਮੀਹਾਂ ਜਿਹੜੇ ਸਨ ਉਹ ਯੂਪੀ ਦੇ ਇਲਾਕੇ ਦੇ ਵਿੱਚ ਲਖਨਊ ਦੇ ਇਲਾਕੇ ਵਿੱਚ ਉਹ ਵਿਚਰੇ। ਇਹ ਬੇਨਤੀ ਆਪ ਜੀ ਨੂੰ ਪਿਛਲੇ ਦੀਵਾਨ ਦੇ ਵਿੱਚ ਕੀਤੀ ਸੀ ਕਿ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਸਮੇਂ ਅੰਦਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ 4 ਧੂਵੇਂ ਤੇ 6 ਬਖਸ਼ਿਸ਼ਾਂ ਜਿਹੜੀਆਂ ਸਨ ਉਹ ਸਥਾਪਿਤ ਕੀਤੀਆਂ ਤੇ ਕਰਵਾਈਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਾਰਿਆਂ ਤੋਂ ਵੱਡੇ ਪੁੱਤਰ
ਬਾਬਾ ਗੁਰਦਿੱਤਾ ਜੀ ਜਿਹੜੇ ਸਨ ਉਹਨਾਂ ਨੂੰ ਬਾਬਾ ਸ੍ਰੀ ਚੰਦ ਨੂੰ ਭੇਟ ਕਰ ਦਿੱਤਾ। ਉਦਾਸੀ ਮਤ ਨੇ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ। ਅੱਜ ਕੇਵਲ ਜਿਹੜੇ ਨੇ ਕੁਝ ਲੋਕ ਉਦਾਸੀਆਂ ਨੂੰ ਕੱਲਾ ਭੰਡਣ ਤੱਕ ਸੀਮਿਤ ਰਹਿ ਗਏ, ਪਰ ਕੋਈ ਐਸਾ ਸਮਾਂ ਸਿੱਖੀ ਦੇ ਵਿੱਚ ਸੀ ਕਿ ਬਹੁਤ ਸਾਰਾ ਪ੍ਰਚਾਰ ਜਿਹੜਾ ਸੀ ਉਹ ਉਦਾਸੀਆਂ ਵੱਲੋਂ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵਿੱਚ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਬਹੁਤ ਲੰਮਾ ਸਮਾਂ ਜਿਹੜਾ ਸੀ ਉਦਾਸੀਆਂ ਨੇ ਤੇ ਨਿਰਮਲਿਆਂ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਕੀਤੀ, ਬਾਣੀ ਦਾ ਪ੍ਰਚਾਰ ਕੀਤਾ। ਕੇਵਲ ਕੁਝ ਕੁ ਜਿਹੜੇ ਸਨ ਜਿਨ੍ਹਾਂ ਨੂੰ ਜਾਇਦਾਦਾਂ ਨੇ ਜਿਨ੍ਹਾਂ ਦਾ ਜੀਵਨ ਖਰਾਬ ਕਰ ਦਿੱਤਾ, ਭਾਵੇਂ ਉਹ ਨਰੈਣੂ ਮਹੰਤ ਵਰਗੇ ਸਨ ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਅਸਥਾਨ ਦੇ ਉੱਪਰ ਕਾਬਜ਼ ਹੋਏ ਤੇ ਜੀਵਨ ਜਿਹੜਾ ਸੀ ਉਹ ਗੁਰੂ ਕੇ ਧੰਨ ਕਰਕੇ ਜਿਹੜਾ ਇੰਨਾ ਕਮਲੀਨ ਹੋ ਗਿਆ ਕਿ ਗੁਰੂ ਘਰ ਦੇ ਅੰਦਰ ਹੀ ਕੋਈ ਕਰਮ ਕਮਾਉਣਾ ਸ਼ੁਰੂ ਕਰ ਦਿੱਤੇ। ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਤੇ 1920 ਦੇ ਅੰਦਰ 1921 ਦੇ ਅੰਦਰ ਇਹ ਲਹਿਰਾਂ ਜਦੋਂ ਚੱਲੀਆਂ ਤੇ ਇਹਨਾਂ ਨੇ ਕੁਝ ਸਾਕਿਆਂ ਦੇ ਰੂਪ ਦੇ ਵਿੱਚ ਘਟਨਾਵਾਂ ਵਾਪਰੀਆਂ, ਭਾਵੇਂ ਉਹ ਸਾਕਾ ਤਰਨਤਾਰਨ ਸਾਹਿਬ ਦਾ ਸੀ, ਭਾਵੇਂ ਉਹ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਸੀ, ਭਾਵੇਂ ਸਾਕਾ ਨਨਕਾਣਾ ਸੀ। ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਨਾਲ ਜਿਹੜਾ ਸੀ 4 ਧੂਵੇਂ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤੇ। ਬਾਲੂ ਹਸਨਾ, ਅਲਮਸਤ, ਫੂਲ ਤੇ ਗੋਇੰਦ ਜੀ। ਭਾਈ ਬਾਲੂ ਹਸਨਾ ਜੀ, ਦੂਸਰੇ ਭਾਈ ਅਲਮਸਤ ਜੀ, ਤੀਸਰੇ ਭਾਈ ਫੂਲ ਜੀ ਤੇ ਚੌਥੇ ਭਾਈ ਗੋਇੰਦ ਜੀ। ਇਹ 4 ਧੂਵੇਂ ਜਿਹੜੇ ਸਨ ਇਹ ਸਿੱਖੀ ਦੇ ਵਿੱਚ ਪ੍ਰਸਿੱਧ ਹੋਏ। ਇਹਨਾਂ ਨੇ ਗੁਰਮਤਿ ਦਾ ਬਹੁਤ ਸਾਰਾ ਪ੍ਰਚਾਰ ਜਿਹੜਾ ਸੀ ਇਸ ਪੰਜਾਬ ਦੀ ਧਰਤੀ ਤੋਂ ਬਾਹਰ ਵੀ ਕੀਤਾ, ਯੂਪੀ ਦੇ ਇਲਾਕੇ 'ਚ, ਪੂਰਬ ਦੇ ਇਲਾਕੇ 'ਚ, ਇੱਥੋਂ ਤੱਕ ਕਿ ਕਾਬਲ ਕੰਧਾਰ ਤੱਕ ਇਹਨਾਂ ਨੇ ਪ੍ਰਚਾਰ ਕੀਤਾ। ਦੂਸਰਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕੁਝ ਬਖਸ਼ਿਸ਼ਾਂ ਦੇ ਕੇ ਨਿਵਾਜਿਆ। ਇਹ 6 ਬਖਸ਼ਿਸ਼ਾਂ ਜਿਹੜੀਆਂ ਸਨ ਸਿੱਖੀ ਦੇ ਵਿੱਚ ਇਹਨਾਂ ਨੇ ਖਾਸ ਥਾਂ ਜਿਹੜਾ ਸੀ ਇਹਨਾਂ ਨੂੰ ਪ੍ਰਾਪਤ ਹੋਇਆ। ਪਹਿਲੀ ਬਖਸ਼ਿਸ਼ ਜਿਹੜੀ ਸੀ ਉਹ ਭਗਤ ਭਗਵਾਨ ਜਿਹੜੇ ਸਨ ਉਹਨਾਂ ਨੂੰ ਮਿਲੀ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਹ ਪਹਿਲੀ ਬਖਸ਼ਿਸ਼ ਭਗਤ ਭਗਵਾਨੀਏ ਜਿਹੜੇ ਸਨ ਉਹਨਾਂ ਨੂੰ ਕੀਤੀ ਤੇ ਇਹਨਾਂ ਯੂਪੀ ਦੇ ਇਲਾਕੇ ਦੇ ਵਿੱਚ ਬਹੁਤ, ਪੂਰਬ ਦੇ ਇਲਾਕੇ ਦੇ ਵਿੱਚ ਬਹੁਤ ਪ੍ਰਚਾਰ ਕੀਤਾ। ਅੱਜ ਵੀ ਉਸ ਇਲਾਕੇ ਦੇ ਵਿੱਚ 308 ਜਿਹੜੇ ਨੇ ਇਹ ਭਗਤ ਭਗਵਾਨੀਆਂ ਦੇ ਅਸਥਾਨ, ਡੇਰੇ ਜਾਂ ਪ੍ਰਚਾਰ ਕੇਂਦਰ ਉਹਨਾਂ ਦੇ ਬਣੇ ਨੇ। ਦੂਸਰੀ ਜਿਹੜੀ ਬਖਸ਼ਿਸ਼ ਸੀ ਉਹ ਸੀ ਸੁਥਰੇ ਸ਼ਾਹ ਜੀ ਦੀ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਕਸ਼ਮੀਰ ਜਾਂਦੇ ਨੇ ਤੇ ਕਸ਼ਮੀਰ ਜਾਂਦੇ ਹੋਇਆਂ ਸਤਿਗੁਰੂ ਮਹਾਰਾਜ ਨੇ ਰਸਤੇ ਦੇ ਵਿੱਚ ਨਾ ਬੱਚੇ ਦੀ ਆਵਾਜ਼, ਰੋਣ ਦੀ ਆਵਾਜ਼, ਕਿ ਜਿਵੇਂ ਛੋਟਾ ਕੋਈ ਬਾਲਕ ਬੱਚਾ ਨਵਜੰਮਿਆ ਰੋਂਦਾ ਪਿਆ ਹੈ, ਆਵਾਜ਼ ਸੁਣੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣਾ ਘੋੜਾ ਰੋਕਦੇ ਨੇ ਤੇ ਸਿੱਖਾਂ ਨੂੰ ਕਹਿਣਾ ਕੀਤਾ। ਮਹਾਰਾਜ ਕਹਿੰਦੇ ਨੇ ਇਹ ਆਵਾਜ਼ ਕਿੱਥੋਂ ਆਉਂਦੀ ਹੈ, ਪਤਾ ਕਰੋ। ਝਾੜੀਆਂ ਦੇ ਵਿੱਚੋਂ ਇੱਕ ਬੱਚਾ ਮਿਲਿਆ ਜਿਹੜਾ ਰੋਂਦਾ ਪਿਆ ਸੀ। ਮਾਤਾ ਪਿਤਾ ਨੇ ਉਹਨੂੰ ਇਸ ਕਰਕੇ ਸੁੱਟ ਦਿੱਤਾ, ਝਾੜੀਆਂ ਦੇ ਵਿੱਚ ਛੱਡ ਗਏ, ਕਿਉਂਕਿ ਉਹ ਬੱਚੇ ਦੇ ਜੰਮਦੇ ਦੇ ਉਹਦੇ ਦੰਦ ਉੱਗੇ ਹੋਏ ਸਨ। ਪੁਰਾਣੇ ਸਮੇਂ ਕਿਉਂਕਿ ਵਹਿਮ ਭਰਮ ਲੋਕਾਂ ਨੇ ਬਹੁਤੇ ਕਰਨੇ, ਬਹੁਤ ਸਾਰੇ ਵਹਿਮ ਭਰਮ ਅੱਜ ਵੀ ਕਈ ਵਾਰੀ ਦੇਖਣ ਨੂੰ ਮਿਲਦੇ ਨੇ, ਪਰ ਰਹਿਤ ਮਰਿਆਦਾ, ਜਦੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਪੜ੍ਹੋਗੇ ਤੇ ਬਹੁਤ ਸਾਰੇ ਐਸੇ ਜਿਹੜੇ ਕਰਮ ਨੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਰਜਿਆ ਤੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕਰਕੇ ਉਸ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ। ਪੰਥ ਨੂੰ ਉਹ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਉਹਨਾਂ ਦੀ ਝੋਲੀ ਵਿੱਚ ਪਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਦੇਖਿਆ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਇਹ ਭਰਮ ਸੀ ਕਿ ਬੱਚਾ ਜੰਮਦੇ ਹੋਏ ਦੇ ਦੰਦ ਹੋਵਣ ਤੇ ਉਹ ਪਰਿਵਾਰ ਦੇ ਵਾਸਤੇ ਚੰਗਾ ਨਹੀਂ, ਮਾਤਾ ਪਿਤਾ ਦੇ ਉੱਤੇ ਉਹ ਭਾਰੀ ਹੋ ਸਕਦਾ ਹੈ। ਇਸ ਕਰਕੇ ਪਰਿਵਾਰ ਨੇ, ਹੋ ਸਕਦਾ ਹੈ ਕਿ ਕਿਸੇ ਪੰਡਤ ਦੇ ਕਹਿਣ ਤੇ, ਕਿਸੇ ਜੋਤਸ਼ੀ ਦੇ ਕਹਿਣ ਤੇ, ਕਿ ਪਰਿਵਾਰ ਤੇ ਇਹ ਬੱਚਾ ਭਾਰਾ, ਸਾਡਾ ਨੁਕਸਾਨ ਨਾ ਹੋਵੇ, ਉਸ ਬੱਚੇ ਨੂੰ ਝਾੜੀਆਂ ਦੇ ਵਿੱਚ ਸੁੱਟ ਕੇ ਆਏ। ਸਤਿਗੁਰੂ ਮਹਾਰਾਜ ਨੂੰ ਜਦੋਂ ਹੁਕਮ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਕਰਦੇ ਨੇ ਤੇ ਉਸ ਨਵ ਜੰਮੇ ਬੱਚੇ ਨੂੰ ਲੈ ਕੇ ਆਏ ਤੇ ਮਹਾਰਾਜ ਨੂੰ ਉਹ ਬੱਚਾ ਸਾਹਮਣੇ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਲੈ ਕੇ ਆਏ। ਮਹਾਰਾਜ
ਪੁੱਛਦੇ ਨੇ ਕਿ ਰੋਣ ਦਾ ਕਾਰਨ ਇਹ ਬੱਚਾ ਕੋਈ ਕਿਉਂ ਛੱਡ ਕੇ ਗਿਆ। ਤੇ ਸਿੱਖਾਂ ਨੇ ਕਿਹਾ ਸਤਿਗੁਰ ਮਹਾਰਾਜ ਇਹਦੇ ਜੰਮਦੇ ਹੋਏ ਦੇ ਦੰਦ ਨੇ, ਹੋ ਸਕਦਾ ਹੈ ਕਿ ਮਾਤਾ ਪਿਤਾ ਨੇ ਪਰਿਵਾਰ ਨੇ ਭਰਮ ਕੀਤਾ ਹੋਵੇ ਕਿ ਇਹ ਕੁੱਥਰਾ ਹੈ ਤੇ ਇਸ ਕਰਕੇ ਛੱਡ ਗਏ ਹੋਵਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਪਣੇ ਹੱਥਾਂ 'ਚ ਉਸ ਬਾਲਕ ਨੂੰ ਲੈ ਕੇ, ਤੇ ਮਹਾਰਾਜ ਜੀ ਦੇ ਵਾਕ ਸੀ ਉਸ ਵੇਲੇ, ਕਹਿੰਦੇ ਇਹ ਕੁੱਥਰਾ ਨਹੀਂ, ਇਹ ਸੁਥਰਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ। ਭਾਈ ਸੁਥਰਾ ਸ਼ਾਹ ਜਿਹੜੇ ਸਨ ਉਹਨਾਂ ਨੂੰ ਫਿਰ ਇਹ ਬਖਸ਼ਿਸ਼ ਮਿਲੀ, ਤੇ ਭਾਈ ਸੁਥਰੇ ਜੀ ਨੇ ਬੜਾ ਸਿੱਖੀ ਦਾ ਪ੍ਰਚਾਰ ਕੀਤਾ, ਤੇ ਉਹਨਾਂ ਦੇ ਪ੍ਰਚਾਰ ਦਾ ਢੰਗ ਹੁੰਦਾ ਸੀ ਹਾਸ ਰਸ ਦੇ ਨਾਲ। ਹਾਸ ਰਸ ਦੇ ਵਿੱਚ ਉਹਨਾਂ ਨੇ ਗੱਲ ਕਰ ਜਾਣੀ, ਸਮਝਾ ਜਾਣੀ। ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੇ ਇੱਕ ਦਿਨ ਭਾਈ ਸੁਥਰਾ ਜਿਹੜੇ ਸਨ ਉਹ ਸੰਗਤ ਵਿੱਚ ਆ ਕੇ ਬੈਠੇ, ਤੇ ਜਿਸ ਪਾਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ ਉਸ ਪਾਸੇ ਪਿੱਠ ਕਰ ਲਈ। ਸੰਗਤ ਨੇ ਜਾ ਕੇ ਸਤਿਗੁਰੂ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਸਾਰੀ ਸੰਗਤ ਆਪ ਜੀ ਦੇ ਸਨਮੁਖ ਬੈਠਦੀ ਏ, ਆਪ ਜੀ ਦੇ ਦਰਸ਼ਨ ਕਰਦੀ ਏ, ਤੇ ਸੁਥਰਾ ਪਿੱਠ ਕਰਕੇ ਬੈਠਾ ਹੈ, ਇਹਦੇ ਪਿੱਛੇ ਕਾਰਨ ਕੀ, ਇਹਨੂੰ ਬੁਲਾਉਂਦੇ ਕਿਉਂ ਨਹੀਂ। ਮਹਾਰਾਜ ਜੀ ਨੇ ਬੁਲਾਇਆ, ਤੇ ਭਾਈ ਸੁਥਰੇ ਨੇ ਉਸ ਵੇਲੇ ਕਿਹਾ ਸੀ ਕਿ ਸਤਿਗੁਰੂ ਮਹਾਰਾਜ ਜਦੋਂ ਆਪ ਜੀ ਬਚਨ ਕਰਦੇ ਹੋ ਜਾਂ ਬਾਣੀ ਕੀਰਤਨ ਰੂਪ ਦੇ ਵਿੱਚ ਹੁੰਦਾ ਹੈ, ਤੇ ਮਹਾਰਾਜ ਜਿਹੜਾ ਥੋੜ੍ਹੀ ਬਹੁਤ ਬਾਣੀ ਦੀ ਸਮਝ ਰੱਖਦਾ ਹੈ ਨਾ, ਤੇ ਉਹਨੂੰ ਐਵੇਂ ਮਹਿਸੂਸ ਹੁੰਦਾ ਹੈ ਕਿ ਇਹ ਬਾਣੀ ਸਾਡੇ ਅੰਦਰ ਸੱਟ ਮਾਰਦੀ ਪਈ ਹੈ, ਸਾਡੇ ਚਪੇੜ ਵੱਜਦੀ ਪਈ ਹੋਵੇ। ਤੇ ਮਹਾਰਾਜ ਜੇ ਕੋਈ ਗੂੰਗਾ ਤੇ ਬੋਲਾ ਹੋ ਕੇ ਬੈਠ ਜੇ, ਤੇ ਜੇਕਰ ਉਹਦੇ ਕੰਨਾਂ ਤੱਕ ਆਵਾਜ਼ ਸ਼ਬਦ ਦੀ ਗਈ ਨਹੀਂ, ਤੇ ਉਹਨੂੰ ਕੀ ਫਾਇਦਾ ਫਿਰ ਸੰਗਤ ਵਿੱਚ ਬੈਠੇ ਦਾ। ਭਾਵ ਕਿ ਬਾਣੀ ਸੁਣਿਆ ਹੀ ਉਧਾਰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਮਹਾਰਾਜ ਕਹਿੰਦੇ ਨੇ ਸੁਣਿਆ ਸੁਣ ਕੇ ਬਾਅਦ ਹੀ ਮੰਨਿਆ ਜਾਏਗਾ, ਤੇ ਜਿੰਦੇ ਕੰਨਾਂ ਤੱਕ ਦੀ ਆਵਾਜ਼ ਨਹੀਂ ਗਈ ਤੇ ਉਹ ਸੁਣੇਗਾ ਕੀ ਤੇ ਮੰਨੇਗਾ ਕੀ। ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੇ ਭਾਈ ਸੁਥਰਾ ਜੀ ਇੱਕ ਦਿਨ ਚੌਰ ਕਰਦਿਆਂ, ਤੇ ਸਾਹਮਣੇ ਇੱਕ ਸਾਧੂ ਆ ਕੇ ਬੈਠਾ। ਉਹ ਸਾਧੂ ਨੇ ਭਗਵੇਂ ਉਹਦੇ ਤੇੜ ਜਿਹੜਾ ਸੀ ਉਹ ਚੋਲਾ ਤਹਿਮਤ ਬੰਨੀ ਹੋਈ ਹੈ, ਤੇ ਸਰੀਰ ਦੇ ਉੱਤੇ ਉਹਨੇ ਸਵਾਹ ਮਲੀ ਹੋਈ ਸੀ। ਭਾਈ ਸੁਥਰਾ ਪਿੱਛੋਂ ਤੇ ਨਾਲੇ ਚੌਰ ਕਰੀ ਜਾਣ, ਤੇ ਨਾਲ ਉਹ ਜਿਹੜਾ ਸਾਧੂ ਸੀ ਉਹਨੂੰ ਜਿਹੜਾ ਸੀ ਇਸ਼ਾਰੇ ਕਰੀ ਜਾਣ, ਦੰਦ ਚਰਾਈ ਜਾਣ, ਉਹਨੂੰ ਹੋਰ ਤਰ੍ਹਾਂ ਦੇ ਇਸ਼ਾਰੇ ਕਰਨ। ਫਿਰ ਚੌਰ ਦੀ ਸੇਵਾ ਕੋਲ ਕਿਸੇ ਹੋਰ ਸਿੰਘ ਨੂੰ ਫੜਾ ਕਰਕੇ ਤੇ ਆਪ ਕੋਲ ਆ ਕੇ ਬੈਠ ਕੇ ਉਸ ਜਿਹਨੇ ਸਵਾਹ ਸਰੀਰ ਨੂੰ ਮਲੀ ਹੋਈ ਸੀ ਉਹਦੇ ਪੇਟ ਦੇ ਵਿੱਚ ਉਂਗਲ ਮਾਰ ਕੇ ਪੁੱਛਦੇ ਨੇ ਤੇਰਾ ਨਾਂ ਕੀ ਹੈ। ਉਹਨੇ ਕਿਹਾ ਕਿ ਸ਼ਾਂਤੀ ਦਾਸ। ਥੋੜ੍ਹੇ ਚਿਰ ਬਾਅਦ ਫਿਰ ਉਂਗਲ ਮਾਰੀ, ਤੇ ਫਿਰ ਉਹਨੂੰ ਪੁੱਛਦੇ ਨੇ ਤੇਰਾ ਨਾਮ ਕੀ ਦੱਸਿਆ ਤੂੰ। ਉਹਨੇ ਹੁਣ ਪਹਿਲਾਂ ਤੇ ਧੀਰਜ ਨਾਲ ਬੋਲਿਆ ਸੀ, ਹੁਣ ਥੋੜ੍ਹੀ ਜਿਹੀ ਧੀਰਜ ਚਲੇਗੀ, ਕਹਿੰਦਾ ਤੈਨੂੰ ਦੱਸਿਆ ਸ਼ਾਂਤੀ ਦਾਸ। ਥੋੜ੍ਹੇ ਚਿਰ ਬਾਅਦ ਫਿਰ ਉਂਗਲ ਮਾਰੀ ਉਹਦੇ ਪੇਟ ਦੇ ਵਿੱਚ, ਕਹਿੰਦੇ ਤੁਹਾਡਾ ਨਾਮ ਕੀ ਸੀ, ਮੈਂ ਭੁੱਲ ਗਿਆ। ਉਹਨੇ ਨਾਮ ਕੀ ਦੱਸਣਾ ਸੀ, ਪਹਿਲੋਂ ਗੁੱਸੇ ਦੇ ਨਾਲ ਥੱਪੜ ਮਾਰ ਕੇ ਕਹਿੰਦਾ ਤੈਨੂੰ ਪਤਾ ਨਹੀਂ ਲੱਗਦਾ, ਕਿੰਨੀ ਵਾਰੀ ਤੈਨੂੰ ਦੱਸਿਆ ਕਿ ਮੇਰਾ ਨਾਮ ਸ਼ਾਂਤੀ ਦਾਸ। ਕਹਿੰਦਾ ਮੈਂ ਬਸ ਇਹੀ ਵੇਖਣ ਦਿਆ ਸੀ ਕਿ ਸਰੀਰ ਦੇ ਅੰਦਰ ਵੀ ਗੁੱਸੇ ਦੇ ਭਾਂਬੜ ਠੰਡੇ ਹੋ ਗਏ ਨੇ, ਕਿ ਅਜੇ ਕੇਵਲ ਬਾਹਰ ਹੀ ਸਵਾਹ ਮਲੀ ਬੈਠਾ ਹੈ, ਅੰਦਰ ਅਜੇ ਵੀ ਭਾਂਬੜ ਬਲਦੇ ਪਏ ਨੇ। ਕਿਉਂਕਿ ਸਰੀਰ ਜਿਹੜਾ ਹੈ ਨਾ, ਮਹਾਰਾਜ ਨੂੰ ਕੇਵਲ ਕਹਿੰਦੇ ਵਿਖਾਵਾ ਕਰਦਾ ਪਿਆ ਹੈ ਕਿ ਮੈਂ ਸਰੀਰ ਨੂੰ ਸਵਾਹ ਕਰ ਲਿਆ, ਮੈਂ ਆਪਣੇ ਸਰੀਰ 'ਤੇ ਸਵਾਹ ਮਲੀ। ਹੁਣ ਵਿਦਵਾਨ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਆ ਕਰਦੇ ਸੀ, ਕਹਿੰਦੇ ਸ਼ਿਵ ਜੀ ਨੂੰ ਲੋਕ ਬਾਰ-ਬਾਰ ਪੁੱਛਦੇ ਸੀ ਕਿ ਮੌਤ ਕੀ ਹੈ ਤੇ ਮੌਤ ਨਾਲ ਕੀ ਹੁੰਦਾ ਹੈ, ਤੇ ਹਰ ਕਿਸੇ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਤੇ ਕਹਿੰਦੇ ਸ਼ਿਵ ਜੀ ਨੇ ਆਪਣੇ ਸਰੀਰ ਤੇ ਸਵਾਹ ਮਲ ਲਈ ਤੇ ਗਲ ਦੇ ਵਿੱਚ ਸੱਪ ਪਾ ਲਿਆ। ਉਹ ਇਸ ਗੱਲ ਦਾ ਪ੍ਰਤੀਕ ਸੀ ਕਿ ਇਹ ਮੌਤ ਦੇ ਸੱਪ ਨੇ ਜਿਹੜਾ ਹੈ ਇਹ ਸਾਨੂੰ ਖਾ ਜਾਣਾ ਹੈ, ਨਿਕਲ ਜਾਣਾ ਹੈ। ਅੰਤ ਨੂੰ ਇਹ ਸਰੀਰ ਜਿਹੜਾ ਦਿਸਦਾ ਹੈ ਨਾ, ਰਿਸ਼ਟ ਪੁਸ਼ਟ, ਜਿਹਨੂੰ ਬਹੁਤ ਤੂੰ ਮਿਹਨਤ ਕਰਦਾ ਹੈ, ਇਹਨੂੰ ਸਾਂਭ ਸੰਭਾਲ ਕਰਦਾ ਹੈ, ਅੰਤ ਨੂੰ ਇਹਨੇ ਸਵਾਹ ਦੀ ਢੇਰੀ ਬਣ ਜਾਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ, ਕਾਲ ਬਿਆਲ ਜਿਉ ਪਰਿਓਂ ਡੋਲੇ, ਮੁੱਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰੱਖੋ ਚੀਤ। ਮਹਾਰਾਜ ਕਹਿੰਦੇ ਨੇ ਇਹ ਇਕੱਲੇ ਸ਼ਿਵ ਜੀ ਦੇ ਗਲ ਦੇ ਵਿੱਚ ਸੱਪ ਨਹੀਂ, ਹਰ ਇੱਕ ਇਨਸਾਨ ਜਿਹੜਾ ਦੁਨੀਆ ਦੇ ਵਿੱਚ ਸਰੀਰ ਕਰਕੇ ਮੌਜੂਦ ਹੈ, ਉਹਦੇ ਹਰ ਇੱਕ ਦੇ ਗਲ ਦੇ ਵਿੱਚ ਸੱਪ ਪਿਆ ਹੋਇਆ ਹੈ। ਉਹ ਸੱਪ ਕੋਈ ਦੁਨਿਆਵੀ ਸੱਪ ਨਹੀਂ, ਮਹਾਰਾਜ ਕਹਿੰਦੇ ਨੇ ਕਾਲ ਰੂਪੀ ਸੱਪ ਹੈ। ਤੇ ਇਹ ਕਾਲ ਰੂਪੀ ਸੱਪ ਗਲੇ ਦੇ ਵਿੱਚ ਬਿਲਕੁਲ ਵਲ ਪਾ ਕੇ ਬੈਠਾ, ਤੇ ਤੇਰੇ ਮੂੰਹ ਦੇ ਵੱਲੇ ਦੇਖਦਾ ਪਿਆ ਹੈ, ਤੇ ਆਪਣਾ ਮੂੰਹ ਇਹਨੇ ਖੋਲ ਕੇ ਰੱਖਿਆ ਹੈ। ਜਿੱਦਣ ਅੰਤਮ ਦਾ ਸਮਾਂ ਆਇਆ, ਇਸ ਕਾਲ ਦੇ ਸੱਪ ਨੇ ਤੈਨੂੰ ਖਾ ਜਾਣਾ, ਤੈਨੂੰ ਨਿਕਲ ਜਾਣਾ। ਕਾਲ ਬਿਆਲ, ਬਿਆਲ ਦੇ ਅਰਥ ਹੁੰਦੇ ਨੇ ਰੱਸੀ ਸੱਪ,
ਕਾਲ ਬਿਆਲ ਜੂ ਪਰਿਉ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰਾਖੋ ਚੀਤ। ਮਹਾਰਾਜ ਕਹਿੰਦੇ ਨੇ ਇਹ ਕਾਲ ਰੂਪੀ ਸੱਪ ਨੇ ਨਿਗਲ ਜਾਣਾ। ਸਤਿਗੁਰ ਮਹਾਰਾਜ ਜੀ ਦੇ ਸਮੇਂ ਤੇ ਭਾਈ ਸੁਥਰਾ ਜੀ ਇਸ ਤਰ੍ਹਾਂ ਵੀ ਕਰਿਆ ਕਰਦੇ। ਕਹਿੰਦੇ ਇੱਕ ਦਿਨ ਸੰਗਤ ਬੈਠੀ ਤੇ ਸੰਗਤ ਵਿੱਚ ਬੈਠਿਆਂ ਨਾ ਕੁਝ ਜਿਵੇਂ ਗੁੱਸੇ ਦੇ ਨਾਲ ਕੁਝ ਬਚਨ ਬੋਲਦੇ ਹੋਣ, ਜਿਵੇਂ ਗਾਲਾਂ ਕੱਢਦੇ ਹੋਣ, ਤੇ ਸੰਗਤ ਨੇ ਜਾ ਕਰਕੇ ਸਤਿਗੁਰ ਮਹਾਰਾਜ ਜੀ ਨੂੰ ਨਾ ਉਪਦੇਸ਼ ਸ਼ਿਕਾਇਤ ਕਰ ਦਿੱਤੀ, ਮਹਾਰਾਜ ਸੁਥਰਾ ਅੱਜ ਸੰਗਤ ਵਿੱਚ ਬੈਠਿਆਂ ਗਾਲਾਂ ਕੱਢਦਾ। ਭਾਈ ਸੁਥਰੇ ਨੂੰ ਸੱਦਿਆ ਗਿਆ ਤੇ ਸਤਿਗੁਰ ਮਹਾਰਾਜ ਜੀ ਦੇ ਸਨਮੁਖ ਹੋ ਕੇ ਕਹਿੰਦੇ ਨੇ, ਮਹਾਰਾਜ ਮੈਂ ਤੇ ਗਾਲ ਕੱਢੀ ਕੋਈ ਨਹੀਂ, ਇਹ ਤਾਂ ਐਵੇਂ ਮੇਰਾ ਨਾਂ ਲਾਉਂਦੇ ਪਏ ਨੇ। ਉਹਨਾਂ ਨੇ ਕਿਹਾ ਨਹੀਂ ਇਹਨਾਂ ਨੇ ਗਾਲਾਂ ਕੱਢੀਆਂ। ਕਹਿੰਦਾ ਦੱਸੋ ਕਿਹੜੀਆਂ ਗਾਲਾਂ ਕੱਢੀਆਂ? ਜਿੰਨੇ ਉੱਥੇ ਸ਼ਿਕਾਇਤ ਕਰਨ ਗਏ ਸੀ ਸਾਰਿਆਂ ਨੇ ਦੱਸਿਆ ਇਕੱਲੇ ਇਕੱਲੇ ਨੇ ਕਿ ਇਹਨੇ ਆਹ ਵੀ ਆਖਿਆ, ਇਹਨੇ ਆਹ ਵੀ ਆਖਿਆ। ਕਹਿਣ ਲੱਗਾ ਸਤਿਗੁਰ ਮਹਾਰਾਜ ਹੁਣ ਇਹਨਾਂ ਨੂੰ ਪੁੱਛੋ ਕਿ ਜਦੋਂ ਕੀਰਤਨੀਏ ਕੀਰਤਨ ਕਰਦੇ ਪਏ ਸੀ ਉਦੋਂ ਬਾਣੀ ਦਾ ਕਿਹੜੇ ਸ਼ਬਦ ਪੜ੍ਹੇ ਗਏ? ਮੈਂ ਗਾਲਾਂ ਕੱਢੀਆਂ ਉਹ ਇਹਨਾਂ ਨੂੰ ਯਾਦ, ਤੇ ਜਿੰਨਾ ਕੀਰਤਨ ਇਸ ਤੋਂ ਪਹਿਲਾਂ ਹੋਇਆ ਉਹ ਬਾਣੀ ਦੇ ਸ਼ਬਦ ਕਿਹੜੇ ਪੜ੍ਹੇ ਇਹਨਾਂ ਨੂੰ ਕਹੋ ਕਿ ਉਹ ਸ਼ਬਦ ਦੱਸੋ ਤਰਤੀਬਵਾਰ ਕਿਹੜੇ ਪੜ੍ਹੇ ਨੇ। ਅੱਜ ਵੀ ਬਹੁਤਿਆਂ ਦੀ ਹਾਲਤ ਸਾਧ ਸੰਗਤ ਜੀ ਇਹੀ ਹੁੰਦੀ ਹੈ ਕਿ ਸੰਗਤ ਵਿੱਚ ਆ ਕੇ ਬੈਠੇ ਘੰਟਾ 2 ਘੰਟੇ ਬੈਠੇ ਵੀ ਸਮਾਂ ਵੀ ਕੱਢਿਆ, ਕੀਰਤਨ ਵੀ ਸੁਣਿਆ, ਪਰ ਇਹ ਵੀ ਚੇਤਾ ਨਹੀਂ ਹੁੰਦਾ ਕਿ ਪਹਿਲਾ ਸ਼ਬਦ ਕਿਹੜਾ ਪੜ੍ਹਿਆ ਗਿਆ, ਦੂਜਾ ਕਿਹੜਾ, ਤੀਜਾ ਕਿਹੜਾ, ਚੌਥਾ ਕਿਹੜਾ। ਕਿਉਂਕਿ ਧਿਆਨ ਜਿਹੜਾ ਸੀ ਉਹ ਤਾਂ ਕਾਰੋਬਾਰ ਵਾਲੇ ਪਾਸੇ ਚਲੇ ਗਿਆ, ਧਿਆਨ ਜਿਹੜਾ ਸੀ ਉਹ ਬੱਚਿਆਂ 'ਚ ਪਰਿਵਾਰ ਵਾਲੇ ਪਾਸੇ ਚਲੇ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਨਾ ਗੁਰੂ ਰਾਮਦਾਸ ਜੀ ਦੇ ਸਮੇਂ ਤੇ ਭਾਈ ਜਾਪਾ, ਭਾਈ ਜੇਠਾ ਕੁਝ ਸਿੱਖ ਆਉਂਦੇ ਨੇ ਤੇ ਮਹਾਰਾਜ ਨੂੰ ਕਹਿੰਦੇ ਨੇ ਸਤਿਗੁਰੂ ਮਹਾਰਾਜ ਕਿਰਪਾ ਕਰੋ, ਅਸੀਂ ਚਾਹੁੰਦੇ ਹਾਂ ਕਿ ਅਸੀਂ ਮੁਕਤ ਹੋ ਸਕੀਏ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਅਸੀਂ ਘਰ ਨਹੀਂ ਛੱਡ ਸਕਦੇ, ਅਸੀਂ ਦੁਕਾਨਦਾਰੀਆਂ ਕਰਦੇ ਹਾਂ, ਸਾਡਾ ਦੁਕਾਨ ਦਾ ਕੰਮ ਹੈ ਤੇ ਸਾਡੇ ਕੰਮਕਾਰ ਕਰਕੇ ਜਿਹੜਾ ਹੈ ਉਹ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਈ ਕਿਰਪਾ ਕਰੋ, ਕੋਈ ਸੌਖਾ ਜਿਹਾ ਤਰੀਕਾ ਦੱਸੋ ਕਿ ਸਾਨੂੰ ਘਰ ਨਾ ਛੱਡਣਾ ਪਏ ਤੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਮੁਕਤ ਵੀ ਹੋ ਸਕੀਏ। ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਉੱਥੇ ਕਿਰਪਾ ਕੀਤੀ। ਭਾਈ ਸੰਤੋਖ ਸਿੰਘ ਜੀ ਗੁਰ ਇਤਿਹਾਸ ਵਿੱਚ ਲਿਖਦੇ ਨੇ ਕਿ ਜਿਮ ਨਿਸ ਦਿਨ ਕਰ ਕਾਦ ਸੁਧਾਰੇ, ਤਿਆਗੋ ਕਬਹੂ ਨਾ ਲਾਗੇ ਪਿਆਰੇ, ਤਥਾ ਪਿਆਰ ਕਰੋ ਗੁਰਬਾਣੀ, ਪਠਨ ਸੁਨਨ ਕੀਚੇ ਰੁਚਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਜੇਠਾ, ਭਾਈ ਜਾਪਾ, ਹੁਣ ਦੇਖੋ ਦੁਕਾਨ ਤੁਸੀਂ ਕਰਦੇ ਹੋ ਤੇ ਤੁਹਾਨੂੰ ਕੋਈ ਕਹਿੰਦਾ ਤਾਂ ਨਹੀਂ ਨਾ ਕਿ ਸਵੇਰੇ ਉੱਠ ਕੇ ਜਾਓ ਦੁਕਾਨ ਖੋਲੋ। ਮਸਕੀਨ ਸਾਹਿਬ ਕਿਆ ਕਰਦੇ ਸੀ ਕਿ ਦੁਕਾਨ ਵਾਸਤੇ, ਕਾਰੋਬਾਰ ਵਾਸਤੇ ਜਾਣਾ ਹੋਵੇ, ਨੌਕਰੀ ਡਿਊਟੀ ਤੇ ਜਾਣਾ ਹੋਵੇ, ਉਹਦੇ ਵਾਸਤੇ ਕੋਈ ਕਥਾ ਕਰਕੇ ਨਹੀਂ ਕਹਿਣਾ ਪੈਂਦਾ ਕਿ ਨੌਕਰੀ ਤੇ ਟਾਈਮ ਹੋ ਗਿਆ ਤੇ ਜਾਓ। ਕੀਰਤਨ ਕਰਕੇ ਨਹੀਂ ਕਹਿਣਾ ਪੈਂਦਾ ਕਿ ਦੁਕਾਨ ਤੇ ਜਾਣਾ ਹੈ, ਕਿਉਂਕਿ ਉਹ ਅਸੀਂ ਤਾਂ ਕਰਦੇ ਹਾਂ ਕਿ ਸਾਡੇ ਪਰਿਵਾਰ, ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਜ਼ਰੂਰੀ ਸਮਝਦੇ ਹਾਂ, ਇਸ ਕਰਕੇ ਕਰਦੇ ਹਾਂ। ਗੁਰਬਾਣੀ ਕੀਰਤਨ ਕਥਾ ਨੂੰ ਅਸੀਂ ਜ਼ਰੂਰੀ ਨਹੀਂ ਸਮਝਦੇ, ਇਸ ਕਰਕੇ ਅਸੀਂ ਉੱਪਰਲੇ ਮਨੋਂ ਬੈਠ ਕੇ ਸੁਣੀ ਜਾਂਦੇ ਹਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਵੇਂ ਘਰ ਦੇ ਕੰਮਕਾਰ ਨੂੰ ਪਿਆਰ ਕਰਦੇ ਹੋ ਉਸੇ ਤਰ੍ਹਾਂ ਬਾਣੀ ਨੂੰ ਪਿਆਰ ਕਰਿਆ ਕਰੋ। ਜਿਮ ਨਿਸ ਦਿਨ ਘਰ ਕਾਦ ਸੁਧਾਰੇ, ਤਿਆਗੋ ਕਬਹੂ ਨਾ ਲਾਗੇ ਪਿਆਰੇ, ਤਥਾ ਪਿਆਰ ਕਰੋ ਗੁਰਬਾਣੀ, ਪਠਨ ਸੁਨਨ ਕੀਚੇ ਰੁਚਠਾਨੀ। ਬਾਣੀ ਨੂੰ ਇਵੇਂ ਪਿਆਰ ਕਰਨਾ ਜਿਵੇਂ ਕਾਰੋਬਾਰ ਨੂੰ ਕਰਦੇ ਹੋ। ਤੇ ਮਹਾਰਾਜ ਕਹਿੰਦੇ ਨੇ ਪਿਆਰ ਹੋਰ ਕਿਵੇਂ ਗੂੜ ਪਾਉਣੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਮਹਾਰਾਜ ਕਹਿੰਦੇ ਜਿਹੜਾ ਵਿੱਚ ਅਰਥ ਲੁਕੋ ਕੇ ਸਤਿਗੁਰੂ ਮਹਾਰਾਜ ਨੇ ਰੱਖਿਆ ਹੈ ਨਾ ਸ਼ਬਦ ਦੇ, ਉਹਦੀ ਵਿਚਾਰ ਕਰਿਓ, ਉਸ ਅਰਥ ਦੇ ਕਰਕੇ ਹੀ ਤੁਹਾਡਾ ਉਧਾਰ ਹੋਣਾ ਹੈ। ਬਾਣੀ ਦਾ ਹੁਕਮਨਾਮਾ ਰੋਜ਼ ਸੁਣਦੇ ਆ ਨਾ, ਔਰ ਹਰ ਸਿੱਖ ਦੇ ਅੰਦਰ ਇੱਛਾ ਹੁੰਦੀ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਆਇਆ ਹੁਕਮਨਾਮਾ ਸਰਵਨ ਕਰੀਏ। ਸਾਧ ਸੰਗਤ ਜੀ, ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਚਲੋ ਕਿਤਿਓਂ ਵੀ ਤੁਸੀਂ ਹੁਕਮਨਾਮਾ ਸੁਣੋ ਤੇ ਹੁਕਮਨਾਮੇ ਦੇ ਵਿੱਚ ਸਤਿਗੁਰੂ ਮਹਾਰਾਜ ਜੋ ਸਾਨੂੰ ਬਖਸ਼ਿਸ਼ ਕਰਦੇ ਪਏ ਆ ਉਹਨੂੰ ਵਿਚਾਰਨਾ ਸ਼ੁਰੂ ਕਰੋ, ਉਹਦੇ ਅਨੁਸਾਰ ਜੀਵਨ ਢਾਲਣਾ ਸ਼ੁਰੂ ਕਰੋ ਕਿ ਅੱਜ ਗੁਰੂ ਨੇ ਆ ਮੈਨੂੰ ਹੁਕਮ ਕੀਤਾ ਹੈ ਤੇ ਮੈਂ ਇਸ ਨੂੰ ਮੰਨਣਾ ਹੈ। ਫੌਜ ਦੇ ਵਿੱਚ ਇਹ ਤੇ ਨਹੀਂ ਨਾ ਕਿਹਾ ਜਾਂਦਾ ਜਦੋਂ ਹੁਕਮ ਵੱਡਾ ਅਫਸਰ ਕਰ ਦਵੇ ਕਿ ਆਹ ਅੱਜ ਕੰਮ ਕਰੋ ਤੇ ਅਗਲੇ ਸਿਪਾਹੀ ਸੁਣਨ ਵਾਲੇ ਹੁਕਮ ਉਹ ਕਹਿਣ ਨਹੀਂ ਜੀ ਕਿਉਂ ਕਰਨਾ, ਕਾਹਦੇ ਲਈ ਕਰਨਾ, ਨਹੀਂ ਉਹ ਕਹਿੰਦੇ ਬਿਲਕੁਲ ਜਿਵੇਂ ਹੁਕਮ ਹੋ ਗਿਆ ਯੈਸ ਸਾਰੀ ਕਿਹਾ ਜਾਂਦਾ, ਉੱਥੇ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ, ਕਹਿਣ ਲੱਗੇ ਸੁਥਰਿਆ ਤੂੰ ਗਾਲਾਂ ਕੱਢੀਆਂ, ਤੂੰ ਬੁਰੇ ਬੋਲ ਬੋਲੇ,
ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਕਿਹਾ ਕਿ ਨਹੀਂ ਮਹਾਰਾਜ ਮੈਂ ਤੇ ਕੁਝ ਬੋਲਿਆ ਨਹੀਂ। ਤੇ ਉਹਨਾਂ ਨੇ ਕਿਹਾ ਕਿ ਨਹੀਂ ਮਹਾਰਾਜ ਇਹਨਾਂ ਨੇ ਕੱਢੀਆਂ ਇਹਨੇ ਸੁਥਰੇ ਨੇ। ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਹੁਣ ਇਹਨਾਂ ਨੂੰ ਪੁੱਛੋ ਕਿ ਜਦੋਂ ਬਾਣੀ ਦਾ ਕੀਰਤਨ ਹੁੰਦਾ ਸੀ ਉਦੋਂ ਸ਼ਬਦ ਕਿਹੜੇ ਪੜ੍ਹੇ ਗਏ। ਸਤਿਗੁਰੂ ਮਹਾਰਾਜ ਨੇ ਪੁੱਛਿਆ ਸਿੱਖਾਂ ਨੂੰ ਕਿ ਦੱਸੋ ਭਈ ਕਿਹੜਾ ਬਾਣੀ ਦੇ ਸ਼ਬਦਾਂ ਦਾ ਕੀਰਤਨ ਹੋਇਆ। ਤੇ ਸਾਰੇ ਸਿੱਖ ਜਿਹੜੇ ਸਨ ਉਹਨਾਂ ਨੇ ਸਿਰ ਨੀਵੇਂ ਕਰ ਲਏ। ਮਹਾਰਾਜ ਯਾਦ ਨਹੀਂ, ਕਿਸੇ ਨੇ ਇੱਕ ਅੱਧਾ ਦੱਸਿਆ ਪਰ ਕਿਹਾ ਨਹੀਂ ਬਾਕੀ ਮੈਨੂੰ ਪਤਾ ਨਹੀਂ। ਸਤਿਗੁਰੂ ਮਹਾਰਾਜ ਨੂੰ ਹੱਸ ਕੇ ਸੁਥਰਾ ਸ਼ਾਹ ਆਖਦਾ ਮਹਾਰਾਜ ਫਿਰ ਇਹ ਸਿੱਖ ਤਾਂ ਮੇਰੇ ਹੋ ਗਏ, ਫਿਰ ਤੁਹਾਡੇ ਸਿੱਖ ਕਾਦੇ? ਤੁਹਾਡੀ ਗਾਈ ਹੋਈ ਤੁਹਾਡੀ ਉਚਾਰਨ ਕੀਤੀ ਬਾਣੀ ਇਹਨਾਂ ਨੂੰ ਯਾਦ ਨਹੀਂ ਕਿ ਕਿਹੜੇ ਕੀਰਤਨ ਕੀਤਾ, ਕਿਹੜਾ ਸ਼ਬਦ ਪੜਿਆ। ਇਹ ਮੇਰੇ ਦੁਰਮਤ ਦੇ ਬੋਲੇ ਹੋਏ ਜਿਹੜੇ ਬੋਲ ਸਨ, ਕੱਢੀਆਂ ਹੋਈਆਂ ਗਾਲਾਂ ਜਾਂ ਬੁਰੇ ਸ਼ਬਦ ਸਨ, ਉਹ ਇਹਨਾਂ ਨੂੰ ਯਾਦ ਵੀ ਹੋ ਗਏ ਤੇ ਤੁਹਾਨੂੰ ਆ ਕੇ ਵੀ ਦੱਸ ਦਿੱਤੇ। ਫਿਰ ਮਹਾਰਾਜ ਇਹ ਸਿੱਖ ਤਾਂ ਮੇਰੇ ਹੋ ਗਏ, ਫਿਰ ਤੁਹਾਡੇ ਥੋੜ੍ਹੀ ਹੋਏ। ਇਸ ਤਰੀਕੇ ਨਾਲ ਫਿਰ ਭਾਈ ਸੁਥਰਾ ਸ਼ਾਹ ਜੀ ਜਿਹੜੇ ਸਨ ਨਾ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ, ਪਰ ਬੜੇ ਵਿਅੰਗਮਈ ਢੰਗ ਦੇ ਨਾਲ, ਤਰਕ ਦੇ ਨਾਲ ਉਹਨਾਂ ਨੇ ਗੱਲ ਨੂੰ ਸਾਹਮਣੇ ਰੱਖਣਾ। ਉਹਨਾਂ ਨੇ ਸਿੱਖੀ ਦੀ ਗੱਲ ਕਰਨੀ ਤੇ ਵਿਅੰਗ ਦੇ ਵਿੱਚ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਬਖਸ਼ਿਸ਼ ਇਹਨਾਂ ਤੇ ਕੀਤੀ ਸੁਥਰੇ ਸ਼ਾਹ। ਇਹ ਸੁਥਰੇ ਸ਼ਾਹੀਏ ਇੱਕ ਸੰਪਰਦਾ ਬਣੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ। ਇਹਨਾਂ ਦੇ ਬਚਨ ਪੜ੍ਹਨ ਨੂੰ ਮਿਲਦੇ ਨੇ ਕਿ ਸ਼ਾਬਾਸ਼ ਪੱਟੇ, ਸ਼ਾਬਾਸ਼ ਮੁੱਠੇ, ਸ਼ਾਬਾਸ਼ ਲੀਤੇ ਲੁੱਟ, ਸ਼ਾਬਾਸ਼ ਦਾ ਮਾਰਿਆ ਸੁਥਰਿਆ, ਕਹੀ ਨਾ ਲੈਸੇ ਚੁੱਟ। ਉਹਨਾਂ ਨੇ ਕਿਹਾ ਕਿ ਹਰ ਥਾਂ ਤੇ ਇਹੀ ਚਾਹੁੰਦਾ ਨਾ, ਹੰਕਾਰ ਹੀ ਇਕੱਠਾ ਕਰੀ ਜਾਂਦਾ ਹੈ ਕਿ ਮੇਰਾ ਇੱਥੇ ਵੀ ਮੈਨੂੰ ਮਾਨ ਸਨਮਾਨ ਮਿਲੇ, ਮੈਨੂੰ ਉੱਥੇ ਵੀ ਮਿਲੇ। ਕਹਿੰਦੇ ਇਸ ਹੰਕਾਰ ਨੂੰ ਛੱਡ ਦੇ, ਇਹ ਹੰਕਾਰ ਨੂੰ ਪਾਸੇ ਕਰ ਲਾ, ਇਸ ਹੰਕਾਰ ਨੇ ਤੇਰੇ ਜੀਵਨ ਨੂੰ ਡੋਬ ਦੇਣਾ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਹੁਕਮ ਨੂੰ ਉਹਨਾਂ ਨੇ ਪ੍ਰਚਾਰਿਆ। ਪੱਛਮੀ ਪੰਜਾਬ, ਸਿੰਧ ਤੇ ਅਫਗਾਨਿਸਤਾਨ ਤੱਕ ਜਿਹੜਾ ਸੀ ਉਹ ਭਾਈ ਸੁਥਰੇ ਸ਼ਾਹ ਤੇ ਉਹਨਾਂ ਦੀ ਜਿਹੜੀ ਸੰਪਰਦਾ ਸੀ ਸੁਥਰੇ ਸ਼ਾਹੀਏ, ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ। ਇਸ ਤੋਂ ਬਾਅਦ ਵਿੱਚ ਅੱਗੇ ਭਾਈ ਸੰਗਤ ਸਾਹਿਬ ਜੀ ਤੇ ਹੋਰ ਜਿਹੜੇ ਸਨ ਭਾਈ ਫੇਰੂ ਜੀ ਜਾਂ ਜੀਤ ਮੱਲੀਏ ਹੋ ਗਏ ਤੇ ਭਾਈ ਮੀਹਾਂ ਜੀ, ਇਹਨਾਂ ਨੇ ਗੁਰਮਤ ਦੇ ਪ੍ਰਚਾਰ ਵਾਸਤੇ ਜਿਹੜਾ ਸੀ ਉਹ 6 ਬਖਸ਼ਿਸ਼ਾਂ ਦੇ ਵਿੱਚੋਂ ਇਹਨਾਂ ਦਾ ਅੱਗੇ ਜ਼ਿਕਰ ਆਉਂਦਾ ਹੈ। ਸੋ ਇਹ 6 ਬਖਸ਼ਿਸ਼ਾਂ ਦੇ ਵਿੱਚੋਂ ਸੁਥਰੇ ਸ਼ਾਹ ਜਿਹੜੇ ਸਨ ਇਹ ਦੂਸਰੇ ਸੀ ਤੇ ਭਗਤ ਭਗਵਾਨੀਏ ਜਿਹੜੇ ਸਨ ਇਹ ਪਹਿਲੀ ਬਖਸ਼ਿਸ਼ ਸਨ। ਇਹਨਾਂ ਬਾਰੇ ਵਿਚਾਰ ਆਪ ਜੀ ਨੇ ਸਰਵਣ ਕੀਤੇ ਹਨ। ਅਗਲੀ ਬਖਸ਼ਿਸ਼ ਜਿਹੜੀ ਹੈ ਉਹ ਆਪਾਂ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ ਕਿ ਇਹਨਾਂ ਦੇ ਵਰਗਾ ਸਾਡਾ ਜੀਵਨ ਹੋ ਸਕੇ। ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਅਰਦਾਸ ਦੇ ਵਿੱਚ ਬੜੀ ਬਖਸ਼ਿਸ਼ ਹੈ। ਇਹ ਅਰਦਾਸ ਇਵੇਂ ਆ ਕਿ ਜਿਸ ਨੂੰ ਯਾਦ ਕਰੀਏ ਉਸ ਵੇਲੇ ਹਾਜ਼ਰ ਹੁੰਦਾ ਹੈ। ਕਿਸੇ ਨੂੰ ਪ੍ਰੇਮ ਦੇ ਨਾਲ ਚੇਤੇ ਕਰਕੇ ਵੇਖੋ, ਕਿਸੇ ਭੈਣ ਨੂੰ, ਭਰਾ ਨੂੰ, ਰਿਸ਼ਤੇਦਾਰ ਨੂੰ, ਦੂਰ ਬੈਠੇ ਭਾਵੇਂ ਉਹ ਵਿਦੇਸ਼ਾਂ ਦੀ ਧਰਤੀ ਤੇ ਕਿਉਂ ਨਾ ਬੈਠਾ ਹੋਵੇ, ਜੇ ਭਾਵਨਾ ਭਿੱਜ ਕੇ ਅੰਦਰੋਂ ਯਾਦ ਕਰੋਗੇ ਦਿਲੋਂ, ਤੇ ਉਸੇ ਵੇਲੇ ਕਈ ਵਾਰੀ ਫੋਨ ਆਵੇ ਨਾ ਕਿਸੇ ਦਾ ਤੇ ਮਨ 'ਚ ਖਿਆਲ ਆਉਂਦਾ ਕਿ ਨਹੀਂ ਮੈਂ ਵੀ ਯਾਦ ਕਰਦਾ ਪਿਆ ਸੀ ਤਾਈਓ ਇਹਦਾ ਫੋਨ ਆ ਗਿਆ। ਤੇ ਕਈ ਵਾਰੀ ਕਹਿ ਵੀ ਦਿੰਦੇ ਆ ਕਿ ਤੈਨੂੰ ਯਾਦ ਕੀਤਾ ਸੀ। ਗੁਰੂ ਸਾਹਿਬ ਨੂੰ ਜਦੋਂ ਭਾਵਨਾ ਦੇ ਨਾਲ ਯਾਦ ਕਰੋਗੇ ਨਾ, ਸਤਿਗੁਰੂ ਮਹਾਰਾਜ ਉੱਥੇ ਹਾਜ਼ਰ ਹੁੰਦੇ ਨੇ। ਅਰਦਾਸ ਐਸੀ ਸ਼ਕਤੀ ਆ ਕਿ ਜਿੰਦੇ ਵਿੱਚ 10 ਗੁਰੂ ਸਾਹਿਬਾਨਾਂ ਨੂੰ ਅਸੀਂ ਯਾਦ ਕਰਦੇ ਹਾਂ, 5 ਪਿਆਰਿਆਂ ਨੂੰ ਕਰਦੇ ਹਾਂ, 4 ਸਾਹਿਬਜ਼ਾਦਿਆਂ ਨੂੰ ਕਰਦੇ ਹਾਂ, ਔਰ ਇੱਥੋਂ ਤੱਕ ਕਿ ਜਿਨ੍ਹਾਂ ਨੇ ਅੱਜ ਤੱਕ ਕਮਾਈਆਂ ਕੀਤੀਆਂ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਜੀਵਨ ਸਿੱਖੀ ਦੇ ਵਾਸਤੇ ਕੁਰਬਾਨ ਕੀਤਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਫਿਰ ਸਮੂਹ ਗੁਰਦੁਆਰੇ ਗੁਰਧਾਮ। ਅੱਜ ਦੇਖੋ, ਚਲੋ ਕਿਸੇ ਨੂੰ ਪੰਜਾਬ ਦੀ ਧਰਤੀ ਤੇ ਕਿੰਨੇ ਗੁਰਦੁਆਰੇ ਇਹ ਵੀ ਨਹੀਂ ਪਤਾ ਹੋਣਾ, ਵਿਦੇਸ਼ਾਂ ਦੇ ਵਿੱਚ ਗੁਰਦੁਆਰੇ ਨੇ, ਪੰਜਾਬ ਤੋਂ ਬਾਹਰ ਗੁਰਦੁਆਰੇ ਨੇ, ਪੰਜਾਬ ਤੋਂ ਬਾਹਰ ਜਿਹੜੇ ਨਾਲ ਲੱਗਦੇ ਦੇਸ਼ ਨੇ ਉੱਥੇ ਕਿੰਨੇ ਗੁਰਦੁਆਰੇ ਨੇ। ਅਸੀਂ ਸਾਰਿਆਂ ਦਾ ਨਾਮ ਇੱਕ ਵਾਰ ਦੇ ਵਿੱਚ ਅਰਦਾਸ ਨਹੀਂ ਲੈ ਸਕਦੇ, ਸਾਰਿਆਂ ਦੀ ਗਿਣਤੀ ਨਹੀਂ ਕਰ ਸਕਦੇ, ਪਰ ਗੁਰੂ ਨੇ ਕਿੰਨੀ ਕਿਰਪਾ ਕੀਤੀ। ਸਾਡੇ ਵਿਦਵਾਨ ਕਿੰਨੇ ਸੋਝੀ ਵਾਲੇ ਸਨ ਜਿਨ੍ਹਾਂ ਨੇ ਇਹ ਸਾਡੇ ਤੇ ਕਿਰਪਾ ਕੀਤੀ ਕਿ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ, ਜਦੋਂ ਸਰਬੱਤ ਕਹੇ ਭਾਵੇਂ ਉਹ ਦੇਸ਼ 'ਚ ਹੋਣ ਤੇ ਭਾਵੇਂ ਵਿਦੇਸ਼, ਸਾਰਿਆਂ ਦੇ ਹੀ ਧਿਆਨ ਜਿਹੜਾ ਹੈ ਧਰਿਆ ਜਾਂਦਾ ਹੈ। ਫਿਰ ਬਖਸ਼ਿਸ਼ਾਂ ਮੰਗੀਆਂ। ਸਤਿਗੁਰੂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਫਿਰ ਦਾਨਾ ਸਿਰਦਾਨ, ਨਾਮਦਾਨ, 7 ਬਖਸ਼ਿਸ਼ਾਂ ਅਰਦਾਸ ਦੇ ਵਿੱਚ ਮੰਗੀਆਂ ਗੁਰੂ ਦੇ ਕੋਲੋਂ। ਗੁਰੂ ਕਿਰਪਾ ਕਰੇ, ਅਰਦਾਸ ਕਰਿਆ ਕਰੋ ਸਤਿਗੁਰ ਦੇ ਚਰਨਾਂ
ਕਿ ਮਹਾਰਾਜ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤਿੱਤੇ ਲਹਿ ਉਬਾਰ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ